ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵਕਤ ਨਨਕਾਣਾ ਸਾਹਿਬ ਬਿਰਾਜਦਿਆਂ 10 ਸਾਲ ਦੀ ਅਵਸਥਾ ਹੋ ਗਈ, ਉਸ ਵਕਤ ਪਿਤਾ ਮਹਿਤਾ ਕਲਿਆਣ ਚੰਦ ਜੀ ਅਤੇ ਚਾਚੇ ਲਾਲ ਚੰਦ ਜੀ ਨੇ ਵਿਚਾਰਿਆ ਕਿ ਛਤਰੀਆਂ ਦੇ ਵਰਣ ਅਨੁਸਾਰ ਪੰਡਤ ਹਰਦਿਆਲ ਨੂੰ ਬੁਲਾ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਜਨੇਊ ਪਵਾਇਆ ਜਾਵੇ। ਉਸ ਵੇਲੇ ਸਭ ਜਾਤ ਬਰਾਦਰੀ ਨੂੰ ਇਕੱਠਾ ਕਰਕੇ ਹਰਦਿਆਲ ਪੁਰੋਹਿਤ ਨੂੰ ਬੁਲਾਇਆ। ਜਦੋਂ ਸਤਿਗੁਰੂ ਜੀ ਨੂੰ ਚੌਂਕੀ 'ਤੇ ਬਿਠਾਉਣ ਵਾਸਤੇ ਪ੍ਰੇਰਿਆ ਗਿਆ, ਜਿਵੇਂ ਤਾਰਿਆਂ ਦੇ ਮੰਡਲਾਂ ਵਿੱਚ ਚੰਦਰਮਾ ਹੁੰਦਾ ਹੈ, ਇਉਂ ਪੁੰਨਿਆਂ ਦੇ ਚੰਦਰਮਾ ਦੀ ਨਿਆਈ ਗੁਰੂ ਸਾਹਿਬ ਜੀ ਸੱਜ ਗਏ। ਸਤਿਗੁਰੂ ਸਾਹਿਬ ਜੀ ਨੇ ਇਕੱਠ ਵੇਖ ਕੇ ਪੁੱਛਿਆ, ਕੀ ਕਾਰਨ ਹੈ? ਇੰਨੀ ਇਕੱਤਰਤਾ ਕਿਉਂ ਹੋਈ ਹੈ? ਸਾਰੇ ਕਹਿਣ ਲੱਗੇ ਕਿ ਤੁਹਾਡੇ ਜਨੇਊ ਪਾਉਣ ਦਾ ਸਮਾਂ ਹੈ। ਜਿਸ ਵੇਲੇ ਪੰਡਤ ਜਨੇਊ ਪਾਉਣ ਲੱਗਾ ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਹੇ ਪੁਰੋਹਿਤ ਜੀ, ਪੰਡਤ ਜੀ, ਜੇਕਰ ਤੇਰੇ ਪਾਸ ਜੀਵ ਦੇ ਨਾਲ ਪਰਲੋਕ ਵਿੱਚ ਨਿਭਣ ਵਾਲਾ ਜਨੇਊ ਹੈ ਤਾਂ ਸਾਡੇ ਗਲ ਪਾ, ਨਹੀਂ ਤਾਂ ਨਾ ਪਾ। ਇਹ ਸੁਣ ਕੇ ਪੰਡਤ ਹਰਦਿਆਲ ਪੁਰੋਹਿਤ ਨੇ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ, ਸਤਿਗੁਰੂ ਜੀ, ਅਜਿਹਾ ਜਨੇਊ ਤਾਂ ਮੇਰੇ ਕੋਲ ਹੈ ਨਹੀਂ। ਕਿਉਂਕਿ ਪੰਡਤ ਹਰਦਿਆਲ ਚਾਹੁੰਦਾ ਸੀ ਕਿ ਸਤਿਗੁਰੂ ਜੀ ਮੈਨੂੰ ਉਪਦੇਸ਼ ਦੇਣ। ਕਹਿਣ ਲੱਗਾ ਕਿ ਆਪ ਜੀ ਕਿਰਪਾ ਕਰਕੇ ਦੱਸੋ ਕਿ ਜੀਵ ਨਾਲ ਪਰਲੋਕ ਵਿੱਚ ਨਿਭਣ ਵਾਲਾ ਜਨੇਊ ਕਿਹੜਾ ਹੈ। ਤਾਂ ਸਤਿਗੁਰੂ ਜੀ ਨੇ ਜਨੇਊ ਦੇ ਬਹਾਨੇ ਗਿਆਨ ਦਾ ਜਨੇਊ ਪੰਡਤ ਹਰਦਿਆਲ ਨੂੰ ਦੇਣ ਲੱਗਿਆਂ ਇਹ ਪਾਵਨ ਉਪਦੇਸ਼ ਬਖਸ਼ਿਆ। ਸ਼ਲੋਕ ਮਹੱਲਾ ਪਹਿਲਾ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸੱਤ ਵਟ। ਹੇ ਪੰਡਤ ਜੀ, ਜੇ ਤੇਰੇ ਕੋਲ ਕਰਣਾ ਰੂਪ ਕਪਾਹ, ਸੰਤੋਖ ਸਬਰ ਰੂਪੀ ਸੂਤ ਧਾਗਾ ਡੋਰਾ ਕੱਤਿਆ ਹੈ, ਤਾਂ ਜਤ ਇੰਦਰੀਆਂ ਨੂੰ ਕਾਬੂ ਕਰਨ ਰੂਪੀ ਗੰਢਾਂ ਦਿੱਤੀਆਂ ਹੋਈਆਂ ਹੋਣ, ਸੱਤ ਦਾ ਸੂਤ ਨੂੰ ਵਟ ਚਾੜਿਆ ਹੋਇਆ ਹੈ। ਇਹੋ ਜਨੇਊ ਜੀ ਕਾ ਹਈ ਤਪਾਡੇ ਘਤ। ਇਹ ਸੂਖਮ ਸਰੀਰ ਜੀਵ ਕਹੀਏ ਜੀਵ ਦਾ ਪਾਉਣੇ ਯੋਗ ਜਨੇਊ ਹੈ। ਜੇ ਪਾਂਡੇ ਪੰਡਤ ਜੀ ਤੇਰੇ ਕੋਲ ਹੈ ਤਦ ਸਾਡੇ ਗਲ ਵਿੱਚ ਘੱਤ ਤੋਂ ਭਾਵ ਪਾ ਦੇਣਾ ਕਰ। ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ। ਇਹ ਗਿਆਨ ਦਾ ਜਨੇਊ ਟੁੱਟਦਾ ਨਹੀਂ ਹੈ, ਨਾ ਹੀ ਇਸ ਨੂੰ ਪਾਪਾਂ ਦੀ ਮੈਲ ਲੱਗਦੀ ਹੈ। ਇਹ ਗਿਆਨ ਦਾ ਜਨੇਊ ਸਰੀਰ ਦੇ ਸੜਨ ਨਾਲ ਸੜਦਾ ਵੀ ਨਹੀਂ ਹੈ ਅਤੇ ਨਾ ਹੀ ਪੁੰਨਾਂ ਦੇ ਨਾਸ਼ ਹੋਣ ਦੀ ਨਿਆਈ ਕਿਤੇ ਜਾਂਦਾ ਹੈ। ਧੰਨ ਸੋ ਮਾਨਸ ਨਾਨਕਾ, ਜੋ ਗੱਲ ਚੱਲੇ ਪਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਮਾਨਸ ਪੁਰਖ ਧੰਤਾ ਦੇ ਯੋਗ ਹਨ, ਜਿਹੜੇ ਗਿਆਨ ਰੂਪੀ ਜਨੇਊ ਨੂੰ ਅੰਤਹਿਕਰਨ ਰੂਪੀ ਗਲ ਕੰਠ ਵਿੱਚ ਪਾ ਕੇ ਪਰਲੋਕ ਨੂੰ ਚੱਲੇ ਹਨ। ਜਦੋਂ ਸਤਿਗੁਰੂ ਜੀ ਨੇ ਬਚਨ ਕਹੇ, ਉਸ ਵੇਲੇ ਪੰਡਤ ਹਰਦਿਆਲ ਦੀ ਲਿਵ ਲੱਗ ਗਈ। ਚੁੱਪ ਹੋ ਗਿਆ। ਜਿਹੜੇ ਹੋਰ ਬ੍ਰਾਹਮਣ ਕੋਲ ਬੈਠੇ ਸਨ ਉਹਨਾਂ ਨੇ ਕਿਹਾ ਕਿ ਹੇ ਬਾਲਕ, ਇਹ ਤਾਂ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਆਦਿਕਾਂ ਨੇ ਵੀ ਪਾਇਆ ਹੈ, ਤੁਸੀਂ ਕਿਉਂ ਨਹੀਂ ਪਾਉਂਦੇ? ਸਤਿਯੁਗ ਵਿੱਚ ਜਨੇਊ ਸੋਨੇ ਦਾ ਹੁੰਦਾ ਸੀ, ਤ੍ਰੇਤੇ ਵਿੱਚ ਚਾਂਦੀ ਦਾ, ਦੁਆਪਰ ਵਿੱਚ ਤਾਂਬੇ ਦਾ ਅਤੇ ਹੁਣ ਕਲਯੁਗ ਵਿੱਚ ਸੂਤ ਦਾ ਹੈ। ਤਾਂ ਸੁਣ ਕੇ ਗੁਰੂ ਜੀ ਉੱਤਰ ਦਿੰਦੇ ਹਨ, ਚੌਕੜ ਮੁੱਲ ਅਣਾਇਆ, ਬਹਿ ਚੌਕੈ ਪਾਇਆ। ਹੇ ਪੰਡਤੋ, ਸਤਿਯੁਗ ਵਿੱਚ 4 ਦੀਵਾਨੀਆਂ ਨੂੰ ਆਉਂਦਾ ਸੀ, ਤ੍ਰੇਤੇ ਵਿੱਚ 4 ਆਨਿਆਂ ਦਾ, ਦੁਆਪਰ ਵਿੱਚ 4 ਪੈਸਿਆਂ ਦਾ, ਹੁਣ ਚੌਕੜ 4 ਕੌਡੀਆਂ ਦੀ ਕੀਮਤ ਦਾ ਜਨੇਊ ਹੈ, ਜੋ ਤੁਸੀਂ ਪੰਡਤ ਨੂੰ ਮੁੱਲ ਦੇ ਕੇ ਅੜਾਇਆ ਭਾਵ ਮੰਗਵਾ ਲਿਆ। ਚੌਕੇ 'ਤੇ ਬੈਠ ਪਾਉਣਾ ਕਰਦੇ ਹੋ। ਸਿੱਖਾ
ਕੰਨ ਚੜਾਈਆ ਗੁਰ ਬ੍ਰਾਹਮਣ ਥਿਆ। ਇਹ ਸਿੱਖਿਆਵਾਂ ਕੰਨ ਵਿੱਚ ਚੜਾਈਆ ਚਾੜ ਦਿੱਤੀਆਂ ਕਿ ਅੱਜ ਤੋਂ ਤੇਰਾ ਬ੍ਰਾਹਮਣ ਗੁਰੂ ਹੋ ਗਿਆ ਹੈ। ਭਗਤ ਕਬੀਰ ਸਾਹਿਬ ਇਸ ਗੱਲ ਦਾ ਖੰਡਨ ਕਰਦੇ ਹੋਏ ਫਰਮਾਉਂਦੇ ਆ, ਕਬੀਰ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹਿ, ਅਰਜ ਉਰਜ ਕੈ ਪਚ ਮੁਆ, ਚਾਰੋ ਬੇਦੋ ਮਾਹਿ। ਉਸ ਵੇਲੇ ਕਿਹਾ ਕਿ ਸਿੱਖਾ ਚੋਟੀ ਭਾਵ ਬੋਧੀ ਰੱਖਿਆ ਕਰੀ। ਜਦੋਂ ਲਘੂ ਸ਼ੰਕਾ ਜਾਂ ਜੰਗਲ ਮੈਦਾਨ ਜਾਣਾ ਹੋਵੇ ਤਾਂ ਜਨੇਊ ਕੰਨ ਵਿੱਚ ਚਾੜ ਲਿਆ ਕਰੀ। ਪਰੰਤੂ ਵਾਹਿਗੁਰੂ ਦੇ ਪਿਆਰਿਆਂ ਭਗਤਾਂ ਨੇ ਇਸ ਦੇ ਗੁਰੂ ਬਣ ਤੋਂ ਜਵਾਬ ਦੇ ਦਿੱਤਾ ਹੈ, ਓਹ ਮੁਆ ਓਹ ਝੜ ਪਿਆ ਵੇ ਤੱਗਾ ਗਿਆ। ਜਦੋਂ ਪਰਾਲਬਧ ਰੂਪੀ ਜਿਹੜੀ ਸਾਡੀ ਰਾਸ ਪੂੰਜੀ ਪੂਰੀ ਹੋ ਗਈ, ਉਹ ਜਨੇਊ ਧਾਰਨ ਵਾਲਾ ਆਦਮੀ ਮੁਆ ਮਰ ਜਾਂਦਾ ਹੈ ਤਾਂ ਉਹ ਜਨੇਊ ਵੀ ਸਰੀਰ ਤੋਂ ਝੜ ਕੇ ਡਿੱਗ ਪਿਆ। ਜੀਵ ਕੋਲ ਗਿਆਨ ਦਾ ਜਨੇਊ ਨਾ ਹੋਣ ਕਰਕੇ ਵੇ ਤੱਗਾ, ਵੇ ਬਿਨਾਂ ਤੱਗਾ ਜਨੇਊ ਤੋਂ ਹੀ ਪਰਲੋਕ ਵਿੱਚ ਚਲਾ ਗਿਆ। ਮਹੱਲਾ ਪਹਿਲਾ। ਉਸ ਵੇਲੇ ਸਤਿਗੁਰੂ ਜੀ ਤਾਈਂ ਛਤਰੀਆਂ ਨੇ ਕਿਹਾ ਕਿ ਤੁਸੀਂ ਕਿਉਂ ਨਹੀਂ ਜਨੇਊ ਪਾਉਂਦੇ, ਸਾਡੇ ਸਾਰਿਆਂ ਦੇ ਵੇਖ ਲਓ ਪਾਏ ਹੋਏ ਆ, ਇਸ ਨਾਲ ਧਰਮ ਰਹਿੰਦਾ। ਤਾਂ ਸਤਿਗੁਰੂ ਜੀ ਫਰਮਾਉਂਦੇ ਆ, ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੂੜੀਆਂ ਲੱਖ ਗਾਲ। ਜਨੇਊ ਨੂੰ ਪਾ ਕੇ ਚੋਰ ਲੋਕ ਲੱਖਾਂ ਚੋਰੀਆਂ ਕਰਦੇ ਆ, ਲੱਖਾਂ ਜਾਰੀਆਂ ਭਾਵ ਵਿਭਚਾਰ ਕਰਦੇ ਆ, ਲੱਖ ਕੂੜੀਆਂ ਝੂਠੀਆਂ ਗਵਾਹੀਆਂ ਦਿੰਦੇ ਹਨ, ਲੱਖਾਂ ਹੀ ਇੱਕ ਦੂਸਰੇ ਨੂੰ ਗਾਲਾਂ ਕੱਢਦੇ ਆ, ਲੱਖਾਂ ਬੁਰਾਈਆਂ ਵਾਲੀਆਂ ਗੱਲਾਂ ਕਰਦੇ ਆ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀ ਨਾਲ। ਲੱਖਾਂ ਠੱਗੀਆਂ ਲੁੱਟਾਂ ਖੋਹਾਂ ਕਰਦੇ ਆ ਅਤੇ ਲੱਖ ਹੀ ਔਗਣ ਕਰਕੇ ਪਹਿਨਾਮੀਆਂ ਲੁਕੋ ਕੇ ਰੱਖਦੇ ਆ। ਇਹ ਜੀ ਅਕਈਏ ਜੀਵਾਂ ਦੇ ਨਾਲ ਰਾਤ ਦਿਨ ਹੀ ਕੁਕਰਮ ਚਿੰਬੜੇ ਹੋਏ ਆ। ਦੱਸੋ ਜਨੇਊ ਉਹਨਾਂ ਨੂੰ ਕੀ ਫਾਇਦਾ ਦੇਵੇਗਾ। ਤਗ ਕਪਾਹੋ ਕੱਤੀਐ ਬਾਹਮਣ ਵੱਟੇ ਆਏ। ਹੇ ਛਤਰੀਓ, ਇਹ ਤਗ ਜਨੇਊ ਤਾਂ ਕਪਾਹੋ ਕਪਾਹ ਲਿਆ ਕੇ ਕੱਤੀਦਾ ਹੈ, ਬ੍ਰਾਹਮਣ ਉਸ ਨੂੰ ਪਾਉਣ ਵਾਲੇ ਦੇ ਘਰ ਆ ਕੇ ਵੱਟ ਚਾੜ ਦਿੰਦਾ ਅਤੇ ਕੋਹੇ ਬੱਕਰਾ ਰਿੰਨ ਖਾਇਆ, ਸਭ ਕੋ ਆਖੈ ਪਾਏ। ਜਿਸ ਨੂੰ ਪਹਿਨਣ ਵੇਲੇ ਬੱਕਰਾ ਮਾਰ ਕੇ ਕੋਹ ਕੇ ਰਿੰਨ ਭਾਵ ਰੰਧਨ ਕਰਕੇ ਭਾਵ ਪਕਾ ਕੇ ਖਾਧਾ ਜਾਂਦਾ। ਸਾਰੇ ਕੋਈ ਆਖਣਾ ਕਰਦੇ ਹਨ ਕਿ ਅੱਜ ਜਨੇਊ ਪਾਇਆ ਹੈ। ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਐ ਹੋਰ। ਜੋ ਜਨੇਊ ਇਤਨੇ ਪਖੰਡ ਨਾਲ ਪਾਇਆ ਸੀ, ਜੋ ਪੁਰਾਣਾ ਹੋਣ ਤੋਂ ਸੁੱਟ ਦੇਈਦਾ ਹੈ, ਫਿਰ ਬਿਨਾਂ ਅਡੰਬਰ ਕੀਤੇ ਹੀ ਹੋਰ ਜਨੇਊ ਪਾ ਲਈਦਾ ਹੈ। ਨਾਨਕ ਤਗ ਨ ਟੁੱਟਈ ਜੇ ਤਗ ਹੋਵੈ ਜੋਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਜੇਕਰ ਬਲ ਵਾਲਾ ਜਨੇਊ ਹੁੰਦਾ, ਜੇਕਰ ਇਸ ਤਗ ਜਨੇਊ ਵਿੱਚ ਸ਼ੁਭ ਗੁਣਾਂ ਦੀ ਧਾਰਨਾ ਦਾ ਜ਼ੋਰ ਬਲ ਹੁੰਦਾ, ਤਾਂ ਇਹ ਤਗ ਜਨੇਊ ਧਾਗਾ ਟੁੱਟਦਾ ਹੀ ਨਾ। ਪੰਡਤ ਹਰਦਿਆਲ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਜਨੇਊ 3 ਅਗਰ ਦਾ ਹੁੰਦਾ ਹੈ, ਤੁਸੀਂ ਕਿਰਪਾ ਕਰਕੇ ਤੀਜਾ ਅਗਰ ਕਥਨ ਕਰੋ। ਤਾਂ ਸਤਿਗੁਰੂ ਜੀ ਨੇ ਇਹ ਮਹੱਲਾ ਉਚਾਰਨਾ ਕੀਤਾ। ਮਹੱਲਾ ਪਹਿਲਾ। ਨਾਇ ਮੰਨਿਐ ਪਤ ਊਪਜੈ, ਸਾਲਾਹੀ ਸੱਚ ਸੂਤ। ਸ਼ਰਧਾ ਵਸਿਸ਼ਟ ਅੰਤਹਿਕਰਨ ਰੂਪੀ ਭੂਮੀ ਵਿੱਚ ਪਰਮੇਸ਼ਰ ਦੇ ਨਾਮ ਦਾ ਸ਼ਰਵਨ ਰੂਪੀ ਬੀਜ ਹੈ। ਪਰਮੇਸ਼ਰ ਦੇ ਨਾਮ ਦਾ ਮੰਨਿਆ ਮੰਨਣ ਕਰਨ ਰੂਪ ਕਪਾਹ ਦੇ ਪੱਤੇ ਊਪਜੈ ਪੈਦਾ ਹੋਣੇ ਆ। ਮੰਨਣ ਕਰਕੇ ਫਿਰ ਨਿਧਿਆਸਨ ਕਰਨ ਰੂਪ ਰੂੰ ਬਣਾ ਕੇ ਸੱਚੇ ਦਾ ਸਾਲਾਹੀ ਸਾਲਾਹੁਣ ਰੂਪ ਕੱਤ ਕੇ ਸੂਤ ਬਣਾਈਦਾ ਹੈ। ਦਰਗਹਿ ਅੰਦਰ ਪਾਈਐ ਤਗ ਨ ਟੂਟ ਸਪੂਤ। ਇਸ ਗਿਆਨ ਰੂਪੀ ਜਨੇਊ ਨੂੰ ਦਰ ਅੰਤਹਿਕਰਨ ਰੂਪੀ ਗਹਿ ਜਗ੍ਹਾ ਵਿੱਚ ਪਾਉਣਾ ਕਰੀਏ। ਇਸ ਗਿਆਨ ਰੂਪ ਜਨੇਊ ਨੂੰ ਸਤ ਸੰਗਤ ਰੂਪੀ ਦਰਬਾਰ ਅੰਦਰੋਂ ਪਾਉਣਾ ਕਰੀਏ।
ਇਹ ਗਿਆਨ ਰੂਪੀ ਪੂਤ ਪਵਿੱਤਰ, ਤਗ ਜਨੇਊ ਟੂਟਸ ਟੁੱਟਦਾ ਨਹੀਂ ਹੈ। ਮਹੱਲਾ ਪਹਿਲਾ। ਬਾਕੀ ਦੇ ਬੇਦੀ ਖੱਤਰੀ ਪੰਡਤ ਬੋਲ ਉਠੇ, ਬਾਲਕ ਤੂੰ ਜਨੇਊ ਕਿਉਂ ਨਹੀਂ ਪਾਉਂਦਾ? ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਤੁਸੀਂ ਜਨੇਊ ਕਿਉਂ ਨਹੀਂ ਪਾਇਆ? ਤਾਂ ਸਾਰੇ ਕਹਿਣ ਲੱਗੇ ਅਸੀਂ ਪਾਇਆ ਹੈ। ਤਾਂ ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਇਹ ਜਨੇਊ ਨਹੀਂ ਪਾਇਆ। ਤਗ ਨਾ ਇੰਦਰੀ ਤਗ ਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ। ਇੰਦਰੀਆਂ ਨੂੰ ਦਮਨ ਕਰਨ ਰੂਪ ਤਗ ਜਨੇਊ ਨਹੀਂ ਪਾਇਆ ਹੋਇਆ, ਅਤੇ ਤੁਹਾਡੀ ਨਾਰੀ ਇਸਤਰੀ ਬ੍ਰਾਹਮਣੀ ਨੇ ਜਨੇਊ ਨਹੀਂ ਪਾਇਆ। ਉਹ ਸਾਰੀ ਉਮਰ ਐਵੇਂ ਹੀ ਤੁਰੀ ਫਿਰਦੀ ਹੈ। ਸਮਦਮ ਰੂਪੀ ਜਨੇਊ ਵਸਤੂ ਵਿਚਾਰ ਰੂਪੀ, ਨਾ ਇੰਦਰੀਆਂ ਨੂੰ ਰੋਕਣ ਰੂਪ ਜਨੇਊ ਪਾਇਆ, ਨਾ ਤੁਹਾਡੀਆਂ ਇਸਤਰੀਆਂ ਨੇ ਇੰਦਰੀਆਂ ਦਮਨ ਕਰਨ ਰੂਪ ਜਨੇਊ ਪਾਇਆ ਹੈ। ਇਸਤਰੀਆਂ ਨੂੰ ਵਿਭਚਾਰ ਕਰਨ ਵੱਲੋਂ ਰੋਕਣਾ ਤੇ ਪਤੀ ਵਰਤਾ ਧਰਮ ਵਿੱਚ ਰਹਿਣ ਰੂਪ ਜਨੇਊ ਨਹੀਂ ਪਾਇਆ। ਬੁੱਧੀ ਰੂਪੀ ਇਸਤਰੀ ਨੂੰ ਝੂਠੇ ਪਦਾਰਥ ਨਿਸ਼ਚਾ ਕਰਨ ਵੱਲੋਂ ਜਨੇਊ ਨਹੀਂ ਪਾਇਆ। ਭਲਕੇ ਤੋਂ ਭਾਵ ਹਰ ਰੋਜ਼ ਵਿਭਚਾਰ ਕਰਨ ਕਰਕੇ, ਕੁਕਰਮ ਕਰਨ ਕਰਕੇ ਲਾਹਣਤਾਂ ਦਾ ਥੁੱਕ ਨਿਤਾ ਪ੍ਰਤੀ ਤੁਹਾਡੀ ਦਾੜੀ ਵਿੱਚ ਪੈਂਦਾ ਹੈ। ਭਾਵ ਦਾੜੀ ਤੇ ਥੁੱਕ ਪੈਣ ਤੋਂ ਭਾਵ ਫਿਟਕਾਰਾਂ ਪੈਂਦੀਆਂ। ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜੇਹਵਾ ਤਗ ਨਾ ਅੱਖੀ। ਪੈਰਾਂ ਨੂੰ ਮੰਦੇ ਕਰਮ ਵੱਲੋਂ ਰੋਕਣ ਰੂਪ ਤਗ ਜਨੇਊ ਨਹੀਂ ਪਾਇਆ, ਤੇ ਹੱਥਾਂ ਨੂੰ ਚੋਰੀ ਕਰਨ ਵੱਲੋਂ ਰੋਕਣ ਰੂਪ ਜਨੇਊ ਨਹੀਂ ਪਾਇਆ ਹੋਇਆ। ਜਿਹਵਾ ਜ਼ੁਬਾਨ ਨੂੰ ਝੂਠ ਬੋਲਣ ਤੋਂ ਰੋਕਣ ਰੂਪ ਜਨੇਊ ਨਹੀਂ ਪਾਇਆ। ਅੱਖਾਂ ਨੂੰ ਪਰਾਏ ਰੂਪਾਂ ਦੇ ਦੇਖਣ ਵੱਲੋਂ ਰੋਕਣ ਰੂਪ ਜਨੇਊ ਨਹੀਂ ਪਾਇਆ। ਵੇ ਤੱਗਾ ਆਪੇ ਵਤੈ, ਵਟ ਧਾਗੇ ਅਵਰਾ ਘੱਤੈ। ਹੇ ਪੰਡਿਤ ਜੀ, ਤੁਸੀਂ ਆਪ ਤਾਂ ਪ੍ਰਤਿਸ਼ਠਾ ਰੂਪ ਵੇ ਤੱਗਾ ਜਨੇਊ ਤੋਂ ਵੇ ਰਹਿਤ ਇੰਦਰੀਆਂ ਦਮਨ ਰੂਪ ਤਗ ਤੋਂ ਬਿਨਾਂ ਹੀ ਤੁਰੇ ਫਿਰਦੇ ਹੋ, ਪਰੰਤੂ ਅਚਰਜ ਹੈ ਕਿ ਹੋਰਨਾਂ ਦੇ ਗਲਾਂ ਵਿੱਚ ਧਾਗੇ ਵੱਟ ਵੱਟ ਕੇ ਪਾਈ ਜਾਂਦੇ ਹੋ। ਅਵਰ ਉਪਦੇਸੈ ਆਪ ਨ ਕਰੈ, ਆਵਤ ਜਾਵਤ ਜਨਮੈ ਮਰੈ। ਪਾਤਸ਼ਾਹ ਆਸਾ ਰਾਗ ਵਿੱਚ ਵੀ ਫਰਮਾਉਂਦੇ ਆ, ਅਵਰ ਉਪਦੇਸੈ ਆਪ ਨ ਬੂਝੈ, ਐਸਾ ਬ੍ਰਾਹਮਣ ਕਹੀ ਨ ਸੀਜੈ। ਲੈ ਪਹਾੜ ਕਰੇ ਵੀ ਆਹੋ, ਕੱਢ ਕਾਗਲ ਦੱਸੇ ਰਾਹੋ। ਫਿਰ ਆਪਣੇ ਹੀ ਜਜਮਾਨਾਂ ਦੀਆਂ ਲੜਕੀਆਂ ਜਾਂ ਲੜਕਿਆਂ ਦਾ ਵਿਆਹ ਪਹਾੜ ਭਾਵ ਦਕਸ਼ਣਾ ਲੈ ਕੇ, ਪਹਾੜਾ ਲੈ ਕੇ ਕਰਦੇ ਹੋ। ਕਾਗਲ ਪੱਤਰੀ ਕੱਢ ਕੇ ਲੋਕਾਂ ਨੂੰ ਰਾਹੂ ਕੇਤੂ ਦੇ ਰਾਹੋ ਰਸਤੇ ਦੱਸ ਕੇ ਠੱਗਦੇ ਹੋ। ਸੁਣ ਵੇਖੋ ਲੋਕਾ ਇਹ ਵਿਡਾਣ, ਮਨ ਅੰਧਾ ਨਾਉ ਸੁਜਾਨ। ਹੇ ਲੋਕੋ ਸੁਣੋ, ਇਹ ਵਿਚਾਰ ਕੇ ਵੇਖ ਲਵੋ, ਦੇਖੋ ਕਿਤਨਾ ਵਿਡਾਣ ਅਸਚਰਜ ਹੋ ਰਿਹਾ। ਮਨ ਤਾਂ ਪਦਾਰਥਾਂ ਵਿੱਚ ਲੱਗਣੇ ਕਰਕੇ ਅੰਨਾ ਹੋ ਰਿਹਾ, ਤੇ ਆਪਣਾ ਨਾਮ ਸੁਜਾਨ ਚਤਰ ਭਾਵ ਪੰਡਿਤ ਰਖਾਇਆ ਹੋਇਆ। ਪ੍ਰਸ਼ਨ ਸੀ, ਉਸ ਵੇਲੇ ਪੰਡਿਤ ਹਰਦਿਆਲ ਨੇ ਸਤਿਗੁਰਾਂ ਦੇ ਸਨਮੁਖ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ, ਅਸੀਂ ਕਿਵੇਂ ਬਖਸ਼ੇ ਜਾ ਸਕਦੇ ਹਾਂ? ਸਤਿਗੁਰੂ ਪੌੜੀ ਰਾਹੀਂ ਕਿਰਪਾ ਕਰ ਰਹੇ ਆ। ਪੌੜੀ। ਸਾਹਿਬ ਹੋਏ ਦਇਆਲ ਕਿਰਪਾ ਕਰੇ, ਤਾ ਸਾਈ ਕਾਰ ਕਰਾਏ ਸੀ। ਜਿਸ ਉੱਤੇ ਮੇਰਾ ਸਾਹਿਬ ਮਾਲਕ ਵਾਹਿਗੁਰੂ ਦਿਆਲੂ ਹੋ ਕੇ ਸਤਿਗੁਰਾਂ ਦੀ ਪ੍ਰਾਪਤੀ ਕਰਾਉਣ ਅਤੇ ਸਤਿਗੁਰੂ ਜੀ ਮਿਹਰ ਦੀ ਦ੍ਰਿਸ਼ਟੀ ਕਰਨ, ਤਾਂ ਉਸ ਪੁਰਖ ਤੋਂ ਉਹ ਆਪੇ ਹੀ ਭਗਤੀ ਰੂਪ ਸ਼ੁਭ ਕਰਮ ਰੂਪੀ ਕਾਰ ਕਰਾਏ ਸੀ, ਕਰਾ ਲੈਣਗੇ। ਸੋ ਸੇਵਕ ਸੇਵਾ ਕਰੇ, ਜਿਸਨੋਂ ਹੁਕਮ ਮਨਾਏ ਸੀ। ਉਹ ਸਤਿਗੁਰਾਂ ਦੇ ਸੇਵਕ ਦਾਸ ਬਣ ਕੇ ਭਾਉ ਭਗਤੀ ਦੀ ਸੇਵਾ ਟਹਿਲ ਕਰਨਗੇ, ਜਿਸ ਨੂੰ ਸੱਚੇ ਪਾਤਸ਼ਾਹ ਆਪਣੀ ਆਗਿਆ ਮਨਾ ਲੈਣਗੇ। ਹੁਕਮ ਮੰਨਿਐ ਹੋਵੈ ਪਰਵਾਣ, ਤਾ ਖਸਮੈ ਕਾ ਮਹਿਲ ਪਾਏ ਸੀ। ਜਦ ਸੇਵਕ ਸਤਿਗੁਰੂ ਅਕਾਲ ਪੁਰਖ ਦੇ ਹੁਕਮ ਭਾਣੇ ਨੂੰ ਮੰਨਣ ਕਰਕੇ ਪਰਵਾਣ ਪ੍ਰਮਾਣੀ ਘੁੰਦਾ, ਤਦ ਖਸਮੈ ਸੁਆਮੀ ਪਰਮੇਸ਼ਰ ਦਾ ਸਰੂਪ ਰੂਪੀ ਥਾਂ ਪਾ ਲਵੇਗਾ। ਖਸਮੈ ਭਾਵੈ ਸੋ ਕਰੇ, ਮਨਹੁ ਚਿੰਦਿਆ ਸੋ ਫਲ ਪਾਏ ਸੀ।
ਜੋ ਕਾਰ ਖਸਮੈ ਸੁਆਮੀ ਪਰਮੇਸ਼ਰ ਨੂੰ ਭਾਉਂਦੀ ਹੈ, ਜੋ ਸੇਵਕ ਸੋ ਉਹ ਭਗਤੀ ਆਦਿ ਦੀ ਕਾਰ ਨੂੰ ਕਰਦਾ ਹੈ, ਉਹ ਸੇਵਕ ਮਨ ਚਿੰਦਿਆ ਬਾਂਛਿਤ ਫਲਾਂ ਨੂੰ ਪਾ ਲਵੇਗਾ। ਤਾ ਦਰਗਹਿ ਪੈਦਾ ਜਾਏ ਸੀ। ਤਦ ਹੀ ਵਾਹਿਗੁਰੂ ਦੇ ਦਰਬਾਰ ਵਿੱਚ ਉੱਜਲ ਮੁਖ ਵਾਲਾ ਹੋ ਕੇ ਜਸ ਰੂਪੀ ਪੁਸ਼ਾਕ ਦੇ ਸਿਰਪਾਉ ਨੂੰ ਪਹਿਨ ਕੇ ਜਾਇਸੀ ਕਹੀਏ ਜਾਵੇਗਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।